ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਸੁਭਾਏਮਾਨ ਹੋ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਬੜੀ ਸਹਿਜਤਾ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਵਿੱਤਰ ਬਾਣੀ ਹੈ ਆਪ ਸੰਗਤ ਨੂੰ ਸਰਵਣ ਕਰਵਾਈ ਹੈ। ਚੱਲ ਰਹੀ ਗੁਰੂ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਦੀ ਜੋ ਵਿਚਾਰ ਹੈ ਆਓ ਉਸ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਾਨੰ ਪਰਾ ਪੂਰਬੇਣ ਪੂਜੰਤੇ ਮਹੀਪਤੇ ਵਿਪਰੀਤ ਬੁੱਧਿਅੰ ਮਾਰਤ ਲੋਕਹਿ ਨਾਨਕ ਚਿਰੰ ਕਾਲ ਦੁਖ ਭੋਗਤੇ। ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੀ ਇਹ ਪਾਕ ਬਾਣੀ ਸ਼ਲੋਕ ਸਹਿਸਕ੍ਰਿਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦਰਜ ਹੈ। ਬਾਣੀ ਦਾ ਜਿਹੜਾ ਪ੍ਰਤਾਪ ਹੈ ਸੁਣ ਲੈਣਾ ਪੜ੍ਹ ਲੈਣਾ ਜੀਵਨ ਵਿੱਚ ਵਸਾ ਲੈਣਾ ਇਹਦਾ ਬੜਾ ਮਹਾਨ ਫਲ ਗੁਰੂ ਪਾਤਸ਼ਾਹ ਦੱਸਦੇ ਨੇ। ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਔਰ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ। ਜਿਹੜਾ ਇਸ ਬਾਣੀ ਨੂੰ ਪੜ੍ਹਦਾ ਹੈ ਗਾਉਂਦਾ ਹੈ ਸੁਣਦਾ ਹੈ ਹਿਰਦੇ ਵਿੱਚ ਟਿਕਾਉਂਦਾ ਹੈ ਆਵਣ ਜਾਣ ਰਹੇ ਆਵਾਗਮਨ ਤੋਂ ਮੁਕਤ ਹੈ। 84 ਲੱਖ ਜੂਨ ਤੋਂ ਨਿਜਾਤ ਹਾਸਲ ਕਰ ਲੈਂਦਾ ਹੈ। ਸੁਖ ਪਾਇਆ ਆਵਣ ਜਾਣ ਰਹੇ ਸੁਖ ਪਾਇਆ ਔਰ ਜੀਵਨ ਸੁੱਖਾਂ ਦੇ ਸਹਿਤ ਉਸ ਦਾ ਗੁਜ਼ਰਦਾ ਹੈ। ਇਸ ਪਾਕ ਬਾਣੀ ਦੀ ਮਹਾਨਤਾ ਹੈ। ਸਹਿਸਕ੍ਰਿਤੀ ਦੇ ਜਿਹੜੇ ਸ਼ਲੋਕ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਇਹ 67 ਸ਼ਲੋਕ ਹਨ ਜਿਨ੍ਹਾਂ ਚੋਂ
24, 25, 26 ਅਤੇ 27 ਇਹ 4 ਸ਼ਲੋਕ ਆਪ ਸੰਗਤ ਨੂੰ ਸਿੰਘ ਸਾਹਿਬ ਹੁਣਾ ਸਰਵਣ ਕਰਵਾਏ ਨੇ। ਹੁਣ ਇਹ ਜਿਹੜੀ ਸਹਿਸਕ੍ਰਿਤੀ ਭਾਸ਼ਾ ਹੈ, ਇਸ ਨੂੰ ਗਾਥਾ ਵੀ ਕਿਹਾ ਜਾਂਦਾ ਹੈ। ਇਹ ਇੱਕ ਪ੍ਰਾਚੀਨ ਭਾਸ਼ਾ ਹੈ ਜਿਹਦੇ ਵਿੱਚ ਸੰਸਕ੍ਰਿਤ, ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾਵਾਂ ਦੇ ਕੁਝ ਅਲਫਾਜ਼ ਨੇ। ਇਉਂ ਸਮਝ ਲਓ ਇਹਨਾਂ ਤਿੰਨਾਂ ਭਾਸ਼ਾਵਾਂ ਤੋਂ ਹੋਂਦ ਵਿੱਚ ਆਈ ਭਾਸ਼ਾ ਦਾ ਨਾਮ ਸਹਿਸਕ੍ਰਿਤੀ ਹੈ, ਗਾਥਾ ਹੈ। ਬੁੱਧ ਧਰਮ ਦਾ ਬੜਾ ਪ੍ਰਸਿੱਧ ਗ੍ਰੰਥ ਹੈ ਲਲਿਤ ਵਿਸਤਰ, ਉਹ ਵੀ ਇਸੇ ਭਾਸ਼ਾ ਵਿੱਚ, ਗਾਥਾ ਵਿੱਚ ਹੀ ਹੈ, ਸਹਿਸਕ੍ਰਿਤੀ ਦੇ ਵਿੱਚ ਹੀ ਹੈ। ਜਿਵੇਂ ਗੁਰੂ ਅਰਜਨ ਸਾਹਿਬ ਦੇ ਇਹ ਸ਼ਲੋਕ ਨੇ। ਸੰਸਕ੍ਰਿਤ ਤੋਂ ਆਪਾਂ ਸਾਰੇ ਜਾਣੂ ਆ, ਦੇਵ ਬਾਣੀ ਹੈ, ਵਿਆਕਰਣ ਦੀ ਰੀਤੀ ਅਨੁਸਾਰ ਸੁਧਾਰੀ ਹੋਈ ਭਾਸ਼ਾ ਹੈ। ਕੁਦਰਤੀ ਅਤੇ ਪ੍ਰਾਕਿਰਤ ਬੋਲੀ ਦੇ ਤਲ ਦੇ ਉੱਤੇ ਇਹ ਸੰਵਾਰੀ ਹੋਈ ਭਾਸ਼ਾ ਹੈ। ਸੰਸਕ੍ਰਿਤ ਤੋਂ ਬਾਅਦ ਹੈ ਪਾਲੀ ਭਾਸ਼ਾ। ਇਹ ਮਗਧ ਦੇਸ਼ ਵਿੱਚ ਬੋਲੀ ਜਾਂਦੀ ਹੈ, ਜਿਹੜਾ ਦੱਖਣੀ ਬਿਹਾਰ ਦਾ ਇਲਾਕਾ ਹੈ ਨਾ, ਪਟਨਾ, ਗਿਆ, ਇਸ ਇਲਾਕੇ ਵਿੱਚ ਪੈਂਦੇ ਨੇ। ਪਾਲੀ ਭਾਸ਼ਾ ਵਿੱਚ ਵੀ ਬੌਧ ਧਰਮ ਦੇ ਕਾਫੀ ਗ੍ਰੰਥ ਲਿਖੇ ਹੋਏ ਨੇ। ਪਾਲੀ ਭਾਸ਼ਾ ਦਾ ਜਿਹੜਾ ਆਗਾਜ਼ ਹੈ ਇਹ ਵੀ ਕਹਿੰਦੇ ਸੰਸਕ੍ਰਿਤ ਤੋਂ ਹੋਇਆ ਹੈ। ਸਹਿਸਕ੍ਰਿਤੀ ਤਿੰਨਾਂ ਭਾਸ਼ਾਵਾਂ ਦਾ ਮਿਸ਼ਰਣ ਹੈ, ਸੰਸਕ੍ਰਿਤ, ਪਾਲੀ ਅਤੇ ਪ੍ਰਾਕ੍ਰਿਤ। ਪ੍ਰਾਕ੍ਰਿਤ ਕੀ ਹੈ? ਸੁਭਾਵਿਕ, ਕੁਦਰਤੀ, ਸਧਾਰਨ ਜੋ ਬੋਲ ਸਾਡੇ ਮੂੰਹੋਂ ਪ੍ਰਗਟ ਹੁੰਦੇ ਨੇ। ਲੋਕਾਂ ਦੇ ਮੇਲ ਮਿਲਾਪ ਤੋਂ ਜਿਹੜੇ ਨਵੇਂ ਬੋਲ ਪ੍ਰਗਟ ਹੁੰਦੇ ਨੇ, ਸੰਸਕ੍ਰਿਤ ਦਾ ਵਿਗੜਿਆ ਹੋਇਆ ਰੂਪ, ਉਸ ਨੂੰ ਪ੍ਰਾਕ੍ਰਿਤ ਭਾਸ਼ਾ ਕਿਹਾ ਜਾਂਦਾ ਹੈ। ਕਹਿੰਦੇ ਜਦੋਂ ਰਾਜੇ, ਅਹਿਲਕਾਰ, ਪੰਡਤ ਜਾਂ ਗਵਾਰ ਲੋਕ ਆਪਸ 'ਚ ਮਿਲਦੇ ਸਨ, ਵੱਖੋ ਵੱਖ ਉਹਨਾਂ ਦੀਆਂ ਭਾਸ਼ਾ ਸਨ, ਉਹ ਪਰਸਪਰ ਆਪਸ ਵਿੱਚ ਬਾਤਚੀਤ ਕਰਦੇ ਸੀ ਔਰ ਉਹਨਾਂ ਦੇ ਬਾਤਚੀਤ ਕਰਨ ਦੇ ਦਰਮਿਆਨ ਮਿਸ਼ਰਿਤ ਭਾਸ਼ਾ ਸੁਭਾਵਿਕ ਹੀ ਉਤਪੰਨ ਹੋ ਜਾਂਦੀ ਸੀ, ਕੁਝ ਬੋਲ ਪ੍ਰਗਟ ਹੋ ਜਾਂਦੇ ਸਨ, ਉਹਨੂੰ ਪ੍ਰਾਕ੍ਰਿਤ ਭਾਸ਼ਾ ਕਹਿ ਦਿੰਦੇ ਨੇ। ਸੋ ਤਿੰਨਾਂ ਭਾਸ਼ਾਵਾਂ ਦਾ ਮੇਲ ਸਹਿਸਕ੍ਰਿਤੀ ਹੈ। ਕਈ ਅਲਪ ਗਿਆਨੀ ਜਿਹੜੇ ਨੇ ਉਹ ਸਹਿਸਕ੍ਰਿਤੀ ਅਤੇ ਗਾਥਾ ਦਾ ਅਰਥ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦੇ, ਜਾਣੇ ਅਣਜਾਣੇ ਵਿੱਚ ਇਉਂ ਕਹਿ ਦਿੰਦੇ ਨੇ ਜੀ ਵੇਖੋ ਸੰਸਕ੍ਰਿਤ ਦੇ ਵਿਆਕਰਣ ਦੇ ਵਿਰੁੱਧ ਹੈ ਇਹ ਸਹਿਸਕ੍ਰਿਤੀ ਦੇ ਸ਼ਲੋਕ। ਉਹ ਸਮਝ ਨਹੀਂ ਪਾਉਂਦੇ ਵੀ ਇਹ ਸੰਸਕ੍ਰਿਤ ਭਾਸ਼ਾ ਦੀ ਇੱਥੇ ਬਾਤ ਨਹੀਂ ਹੈ, ਸਹਿਸਕ੍ਰਿਤੀ ਇੱਕ ਵੱਖਰੀ ਭਾਸ਼ਾ ਹੈ। ਸੋ ਇਸ ਭਾਸ਼ਾ ਦੇ ਅੰਦਰ ਮੈਂ ਫਿਰ ਦੁਹਰਾ ਦੇਵਾਂ, ਸੰਸਕ੍ਰਿਤ, ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾ ਦੇ ਬੋਲ ਮਿਲਦੇ ਨੇ। ਇਹਨਾਂ ਤਿੰਨਾਂ ਭਾਸ਼ਾਵਾਂ ਦੇ ਮਿਸ਼ਰਣ ਨੂੰ ਸਹਿਸਕ੍ਰਿਤੀ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਰਾਜਿਆਂ ਬਾਬਤ ਇਸ ਸ਼ਲੋਕ ਰਾਹੀਂ ਦਰਸਾਉਂਦੇ ਨੇ। ਮਹਾਰਾਜ ਹੁਕਮ ਕਰਦੇ ਨੇ, ਦਾਨੰ ਪਰਾ ਪੂਰਬੇਣ ਪੁਚੰਤੇ ਮਹੀਪਤੇ। ਮਹਾਰਾਜ ਕਹਿੰਦੇ ਪਿਛਲੇ ਜਾਮੇ ਦਰਮਿਆਨ ਜਿਹੜੇ ਲੋਕ ਦਾਨ ਪੁੰਨ ਕਰ ਚੁੱਕੇ ਨੇ ਨਾ, ਉਹਨਾਂ ਨੂੰ ਅਗਲਾ ਜਿਹੜਾ ਜਨਮ ਹੈ ਉਹ ਰਾਜ ਭਾਗ ਭੋਗਣ ਦਾ ਪ੍ਰਾਪਤ ਹੁੰਦਾ ਹੈ, ਮਿਲਦਾ ਹੈ। ਦਾਨੰ ਪਰਾ ਪੂਰਬੇਣ ਪੁਚੰਤੇ ਮਹੀਪਤੇ।
ਦਾਨੰਗ ਦਾ ਭਾਵ ਤੁਸੀਂ ਸਮਝਦੇ ਹੀ ਹੋ ਨਾ, ਦਾਨ ਕਰਨਾ। ਜਿਨ੍ਹਾਂ ਪਿੱਛੇ ਦਾਨ ਕੀਤਾ ਉਹ ਅੱਜ ਰਾਜ ਭਾਗ ਭੋਗ ਰਹੇ ਨੇ। ਗੁਰੂ ਅਰਜਨ ਸਾਹਿਬ ਦਾ ਇਹ ਹੁਕਮ ਹੈ। ਦਾਨੰਗ ਲਫ਼ਜ਼ ਬਾਣੀ ਦੇ ਵਿੱਚ ਖੈਰਾਤ ਲਈ ਵੀ ਆਇਆ ਹੈ, ਤੇ ਦਾਨੰਗ ਲਫ਼ਜ਼ ਬਾਣੀ ਦੇ ਵਿੱਚ ਦਕਸ਼ ਪੁੱਤਰੀ ਦਨ ਦੇ ਉਦਰ ਤੋਂ ਪੈਦਾ ਹੋਣ ਵਾਲੀ ਕਸ਼ਪ ਦੀ ਸੰਤਾਨ ਬਾਰੇ ਵੀ ਆਇਆ ਹੈ। ਜਿਵੇਂ ਬਾਣੀ ਦਾ ਫੁਰਮਾਨ ਹੈ, ਰਹੇ ਰੀਜ ਐਸੇ ਸਭੈ ਦੇਵ ਦਾਨੰਗ। ਦਸਮ ਮਹਾਰਾਜ ਦੇ ਬੋਲ ਨੇ। ਦਾਨੰਗ ਲਫ਼ਜ਼ ਦੈਂਤਾਂ ਲਈ ਵੀ ਆਉਂਦਾ ਹੈ, ਪਾਪ ਕਰਮ ਕਰਨ ਵਾਲਿਆਂ ਲਈ ਵੀ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਵੀ ਇਹ ਬੋਲ ਆਉਂਦੇ ਨੇ, ਦੇਵ ਦਾਨਵ ਗਣ ਗੰਧਰਬ ਸਾਜੇ ਸਭ ਲਿਖਿਆ ਕਰਮ ਕਮਾਏ ਦਾ। ਕਈ ਕਹਿ ਦਿੰਦੇ ਨਾ, ਨਹੀਂ ਜੀ ਦੇਵੀ ਦੇਵਤੇ ਦੇਵ ਦਾਨਵ ਨਹੀਂ ਹੁੰਦੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੁੰਦੇ ਨੇ। ਅਕਾਲ ਪੁਰਖ ਦੇ ਹੁਕਮ ਵਿੱਚ ਉਹ ਵੀ ਕਰਮ ਕਮਾਉਂਦੇ ਨੇ। ਇੱਥੇ ਜਿਹੜਾ ਦਾਨੰਗ ਲਫ਼ਜ਼ ਹੈ, ਇੱਥੇ ਭਾਵ ਇਹ ਰੱਖਦਾ ਹੈ ਦੇਣ ਦਾ ਕਰਮ, ਖੈਰਾਤ ਵਿੱਚ ਕੁਝ ਦੇਣਾ, ਝੋਲੀ ਭਰ ਦੇਣੀ। ਜਿਵੇਂ ਪ੍ਰਮਾਤਮਾ ਸਭ ਨੂੰ ਖੈਰਾਤ ਪਾਉਂਦਾ ਹੈ, ਝੋਲੀ ਭਰਦਾ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ। ਉਹ ਸਾਰਿਆਂ ਨੂੰ ਦੇਣ ਵਾਲਾ ਹੈ, ਆਪਾਂ ਝੋਲੀ ਅੱਡ ਕੇ ਉਸ ਪਾਸੋਂ ਮੰਗਣ ਵਾਲੇ ਹਾਂ। ਜਿਵੇਂ ਕਲਗੀਧਰ ਮਹਾਰਾਜ ਨੇ ਦਸਮ ਬਾਣੀ ਵਿੱਚ ਕਿਹਾ, ਮਹਾਲੋਕ ਦਾਨੰ। ਸਾਰਿਆਂ ਨੂੰ ਦਾਨ ਕਰਨ ਵਾਲਾ ਪਰਮਾਤਮਾ ਹੈ। ਦਾਨ ਕੇ ਦਵਈਆ ਮਹਾਮਾਨ ਕੇ ਬੜਈਆ, ਵਸਾਨ ਕੇ ਦਵਈਆ ਹੈ ਕਟਈਆ ਜਮ ਜਾਲ ਹੈ। ਕਲਗੀਧਰ ਕਹਿੰਦੇ ਉਹੀ ਦਾਤਾ ਹੈ, ਝੋਲੀਆਂ ਭਰਨ ਵਾਲਾ ਹੈ। ਫਾਰਸੀ ਵਿੱਚ ਦਾਨਹ ਲਫ਼ਜ਼ ਅੰਨ ਲਈ ਆਉਂਦਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਜੋ ਪਿਛਲੇ ਜਨਮ ਦੇ ਵਿੱਚ ਦਾਨ ਕਰਦਾ ਹੈ, ਖੈਰਾਤ ਵਿੱਚ ਵਸਤੂਆਂ ਲੋੜਵੰਦਾਂ ਨੂੰ ਵੰਡਦਾ ਹੈ, ਯੱਗ ਆਦਿਕ ਜਿਸ ਨੇ ਦਾਨ ਪੁੰਨ ਕੀਤੇ ਹੋਣ, ਉਹ ਅਗਲੇ ਜਨਮ ਵਿੱਚ ਰਾਜਾ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਖੋ, ਤਿਲ ਮਾਤਰ ਦਾਨ ਪੁੰਨ ਦਾ ਫਲ ਜ਼ਰੂਰ ਮਿਲਦਾ ਹੈ। ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੈ ਦਿਹਾੜੀ। ਕਹਿੰਦੇ ਦੇਖੋ, ਜੋ ਵੀ ਤੁਸੀਂ ਦਾਨ ਪੁੰਨ ਕੀਤਾ ਹੈ, ਕੁਝ ਨਾ ਕੁਝ ਲਾਹਾ ਜ਼ਰੂਰ ਮਿਲਦਾ ਹੈ। ਹੁਣ ਇੱਥੇ ਜਿਹੜਾ ਲਫ਼ਜ਼ ਪਰਾ ਹੈ, ਪਰਾ ਦਾ ਭਾਵ ਹੁੰਦਾ ਉੱਤਮ ਸ੍ਰੇਸ਼ਟ ਕੀਤੇ ਹੋਏ ਕਰਮ। ਗੁਰੂ ਅਰਜਨ ਸਾਹਿਬ ਦੇ ਪਾਕ ਬੋਲ ਨੇ, ਦਾਨੰ ਪਰਾ ਪੂਰਬੇਣ। ਪੂਰਬ ਤੋਂ ਭਾਵ ਪਹਿਲਾਂ, ਪ੍ਰਥਮ, ਪਿੱਛੇ ਕੀਤੇ ਹੋਏ ਜਿਹੜੇ ਕਰਮ ਨੇ। ਜਿਹੜੇ ਇਸ ਗੱਲ ਨੂੰ ਨਹੀਂ ਨਾ ਮੰਨਦੇ ਵੀ ਪਿੱਛੇ ਕੀ ਹੈ ਤੇ ਅਗਾਂਹ ਕੀ ਹੋਵੇਗਾ, ਜੋ ਕੁਝ ਹੈ ਉਹ ਅੱਜ ਹੈ, ਪ੍ਰੈਜ਼ੈਂਟ ਹੈ। ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ, ਇੱਦਾਂ ਦੀਆਂ ਕਹਾਵਤਾਂ ਗਾਉਂਦੇ ਨੇ, ਉਹ ਸਮਝ ਲੈਣ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਪੂਰਬ ਤੋਂ ਭਾਵ ਹੈ ਪਿਛਲੇ ਕਰਮ। ਅੱਜ ਜੋ ਸੁਬਾਹ ਅੰਮ੍ਰਿਤ ਵੇਲੇ ਕੀਤੇ ਨੇ, ਜੋ ਕੱਲ੍ਹ ਕੀਤੇ ਨੇ, 2-4 ਸਾਲ ਪਹਿਲਾਂ ਕੀਤੇ ਨੇ, ਜੋ ਵੀ ਪਿੱਛੇ ਛੱਡ ਆਏ ਹੋ। ਜੋ ਬੀਜਿਆ ਹੈ ਉਹ ਕੱਟਣਾ ਪਵੇਗਾ। ਜੋ ਪੂਰਬਲਾ ਬੀਜਿਆ ਹੈ ਉਹ ਫਲੇਗਾ, ਉਸਨੂੰ ਵੱਢਣਾ ਪਵੇਗਾ। ਕਬੀਰ ਜੀ ਕਹਿੰਦੇ ਇਹ ਪਿਛਲੇ ਜਨਮਾਂ ਤਾਈਂ ਵੀ ਜੋ ਕੁਝ ਬੀਜ ਕੇ ਆਏ ਹੋ ਉਹ ਭੋਗਣਾ ਪੈਂਦਾ ਹੈ। ਕਹਿੰਦੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾ ਹੀਨਾ। ਕਬੀਰ ਜੀ ਕਹਿੰਦੇ ਮੈਂ ਤੁਹਾਨੂੰ ਆਪਦੇ ਪਿਛਲੇ ਜਨਮ ਬਾਰੇ ਦੱਸ ਦਿੰਦਾ। ਮੈਂ ਪਿਛਲੇ ਜੀਵਨ ਵਿੱਚ ਬੰਦਗੀ ਨਹੀਂ ਸੀ ਕੀਤੀ।
ये मनुखा जामा मैनू फिर मिलिया है तो हुण मैं बंदगी करके निजात हासिल करांगा, मुक्त होवांगा। हुण जे पिछले जन्म की वो बात पाउंदे ने तो इहदा मतलब है उन्हां नूं होश है भी पिछे उन्हां दा जन्म कैसा सी। आपो अपनी याददाश्त है ना, कईयां नूं बचपन विच कीते होए कर्म याद ने ते कईयां नूं कल कीते होए कर्म भी भुल चुके ने। कईयां नूं पिछले जन्म भी याद ने ते कईयां नूं सवेर दी घड़ी भी भुल गई है भी की होया सी। सो पूर्वले कर्म हुंदे ने, पूर्वले जन्म हुंदे ने, जिन्हां ने पिछले मनुखे जामे दरम्यान दान पुन कीता है, वो इस जन्म विच राजे हो निबड़ते ने। जो अज दान करनगे वो अगले जन्म विच राजे हो निबड़नगे। बुरे कर्म होए ते नरकां विच सुटे जाणगे। देखो 84 लाख जून है, इहदे विच कोई दो राय नहीं, और उहदे विच गिणती कितनी है कोई नहीं जानदा। 184 जोन भरमाया और हर एक नूं एक मौका मिलदा है, मनुखा जामा हासिल हुंदा है एक वार। ਉਹਦੇ ਵਿੱਚ ਚੰਗੇ ਕਰਮ ਕਰ ਲਈਏ, ਬਾਣੀ ਪੜ੍ਹ ਲਈਏ, ਨਿਜਾਤ ਹਾਸਲ ਹੁੰਦੀ ਹੈ, ਮੁਕਤੀ ਹਾਸਲ ਹੁੰਦੀ ਹੈ। ਮੰਦੇ ਕਰਮ ਕਰੀਏ ਫਿਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। 84 ਦਾ ਗੇੜ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ, ਦਾਨ ਪੁੰਨ ਕੀਤਾ। इत्थे फिर कहते पुचनते महीपते, वो कीते हुए चंगे कर्मां नूं भोगण लई ये मनुखा जामा एक बार फिर मिलिया। राजसी ताकत हासिल हो गई। मही धरती नूं कहंदे ने पत, धरती दा पालनहार जो है। हुण सुख भोगदा भोगदा अकाल पुरख नूं भुल गया, भड़क गया। तुसीं ध्यान दिओ जिन्ने भी राजे ने ना, राज सत्ता दे नशे विच ऐसे भड़क जाते ने, उन्हां को फिर चंगा कर्म नहीं हुंदा। दान कीता, राजसी ताकत मिल गई, इस जन्म विच राजे बन गए। पिछले जन्म दान कीता, हुण भोग रहे सन सुख। ते गुरु अर्जन साहब फिर अगे हुक्म करते ने, विपरीत बुद्धियं मारत लोक है, नानक चिरंकाल दुख भोगते। विपरीत बुद्धि, विपरीत दा भाव है उल्टी, पुठी मत, पुठा कर्म। सुख सहूलतां विच तख्त दे नशे विच रब नूं गए भुल, बुद्धि पुठी चल पई। बुद्ध की हुंदी है? अंतशकरण, अंदर दी इंद्री दा नाम है, जो नज़री नहीं आउंदी, जो अखां दा विशा नहीं। उहदे 4 हिस्से ने, मन, बुद्ध, चित्त ते अहंकार। मन वो हिस्सा है अंतशकरण का, जिथों संकल्प ते विकल्प उठते हैं, फुरने उठते हैं, ये चाहिदा है, वो चाहिदा है। बुद्ध ऐसी बुलंद हस्ती है जो निश्चय करती है भी मन दे उठे फुरनियां दा भी ये ठीक है जां ये गलत है। चित्त कहंदे ने चेता शक्ति नूं। अहंकार का भाव है जिस तो पदार्थां दे प्रति ममता पैदा होवे, संबंध जुड़े पदार्थां दे नाल। हुण मन का एक सुभाव है, जो इसनूं प्यारा लगदा उहदे मगर दौड़ उठदा है। ते जिहड़ी बुद्धि है ना, वो दसदी है भी मन नूं जो प्यारा लग रहा है वो ठीक है जां गलत है। बुद्धि ने ये निश्चय करना है। सो महाराज कहंदे विपरीत बुद्ध, पुठी मत, पुठी बुद्ध। पुठे कर्म राजियां कोलों तख्त दे नशे विच करवाउंदी है। बुद्धि उल्टी चल पई,
तख्त मिलिया, राज भाग मिलिया, प्रजा की रखिया करनी सी, खेत नूं वाड़ ने रखना सी, वाड़ ही खेत नूं खाण लग पई, प्रजा नूं राजे ही दुख देण लग पए, लोकां ते जुल्म करदे ने, जियां नूं दुख दिंदे ने। हकूमत दा नशा ही कुछ ऐसा है, कतलो गैरत मचाउंदे ने, नशे विच धुत रहिंदे ने, वेसवागामी हो निबड़दे ने, लोकां दा हक मारदे ने। राजिਆਂ दी कहानी कुछ ऐसी है, शराब दे नशे विच गलतान रहिंदे ने, पुठे कर्म करदे ने। बाणी कहंदी है ना, मानस भरिया आणिया, मानस भरिया आए, जित पीतै मत दूर होए, बरल पवै विच आए, अपना पराया ना पछाणई, खसमों धक्के खाए, जित पीतै खसम विसरै, दरगह मिलै सजाए, झूठा मद मूल ना पीचई, जे का पार वसाए। कहंदे शराब ना पी, मत मारी जाती है। ਇਹਦੇ ਨਸ਼ੇ ਵਿੱਚ ਆਪਣੇ ਪਰਾਏ ਦੀ ਸਮਝ ਨਹੀਂ ਰਹਿੰਦੀ। ਕਿਹੜਾ ਕਦਮ ਚੁੱਕਣਾ ਚਾਹੀਦਾ ਹੈ, ਕਿਹੜਾ ਕਦਮ ਘਾਤਕ ਹੈ, ਇਹ ਪਹਿਚਾਣ ਨਹੀਂ ਰਹਿੰਦੀ। ਹੁਣ ਨਸ਼ੇ ਵਿੱਚ ਚੂਰ ਰਾਜੇ ਗਲਤ ਕਰਮ ਕਰਦੇ ਨੇ, ਵੇਸਵਾਗਾਮੀ ਹੋ ਨਿਬੜਦੇ ਨੇ। ਨਸ਼ਾ ਚਾਹੇ ਜਾਤ ਦਾ ਹੈ, ਚਾਹੇ ਸ਼ਰਾਬ ਦਾ ਹੈ, ਚਾਹੇ ਮਾਇਆ ਦਾ ਹੈ, ਕੋਈ ਵੀ ਨਸ਼ਾ ਹੈ, ਚਾਹੇ ਸੱਤਾ ਦਾ ਹੈ ਮਾੜਾ। ਜਿਸ ਨੂੰ ਹੋ ਗਿਆ ਇਹ ਲਹਿੰਦਾ ਉਦਣ ਹੀ ਹੈ ਜਦੋਂ ਜੰਮਦਾ ਡੰਡ ਸਿਰ ਵਿੱਚ ਲੱਗਦਾ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਰਾਜਿਆਂ ਨੇ ਕਰਮ ਇੱਦਾਂ ਦੇ ਫੜ ਲਏ, ਰਾਜੇ ਸਿਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤੇ ਹੋ ਚਟ ਜਾਹੋ। ਕਹਿੰਦੇ ਦੇਖੋ ਰਾਜੇ ਕੈਸੇ ਨੇ, ਸ਼ੇਰਾਂ ਵਰਗਾ ਇਹਨਾਂ ਦਾ ਸੁਭਾਅ ਹੈ। ਤੇ ਸ਼ੇਰ ਦਾ ਸੁਭਾਅ ਕੀ ਹੈ? ਹਰੇਕ ਦੇ ਹੱਕ ਤੇ ਪੰਜਾ ਮਾਰਨਾ, ਖੋਹ ਲੈਣਾ। ਰੱਖਿਆ ਕਰਨੀ ਸੀ ਪ੍ਰਜਾ ਦੀ ਤੇ ਆਪ ਹੱਕ ਖੋਹਣ ਲੱਗ ਪਏ ਨੇ। ਤੇ ਜਿਹੜੇ ਅੱਗੇ ਇਹਨਾਂ ਦੇ ਵਜ਼ੀਰ ਨੇ ਨਾ, ਇਹਨਾਂ ਦਾ ਸੁਭਾਅ ਕਹਿੰਦੇ ਕੁੱਤਿਆਂ ਵਾਲਾ ਹੈ। ਹੁਣ ਕੁੱਤਾ ਜਿਵੇਂ ਭੌਂਕ ਕੇ ਸੁਚੇਤ ਕਰਦਾ ਹੈ ਨਾ ਮਾਲਕ ਨੂੰ, ਇਹ ਮਦਮਸਤ ਰਾਜਿਆਂ ਨੂੰ ਸੁਚੇਤ ਕਰਦੇ ਨੇ। ਭਾਵ ਸ਼ਿਕਾਰ ਦਿਖਾਉਂਦੇ ਨੇ ਵੀ ਇਸ ਨੂੰ ਲੁੱਟਣਾ ਹੈ। ਹੁਣ ਸ਼ੇਰ ਦੀਆਂ ਨੌਂਦਰਾਂ ਜਿਹੜੀਆਂ ਹੁੰਦੀਆਂ ਨੇ, ਮਾਸ ਨੋਚਣ ਲਈ ਹੁੰਦੀਆਂ ਨੇ। ਮਹਾਰਾਜ ਕਹਿੰਦੇ ਨੇ ਇਹ ਜਿੰਨੇ ਚਾਕਰ ਨੇ ਸ਼ੇਰ ਰੂਪੀ ਰਾਜੇ ਦੀਆਂ ਨੌਂਦਰਾਂ ਨੇ, ਜਿਨ੍ਹਾਂ ਰਾਹੀਂ ਲੋਕਾਂ ਦਾ ਹੱਕ ਖੋਹਦੇ ਨੇ, ਮਾਰਦੇ ਨੇ। ਬਹੁਤਾਤ ਵਿੱਚ ਹੱਕ ਰਾਜੇ ਖਾ ਜਾਂਦੇ ਨੇ, ਬਚਿਆ ਖੁਚਿਆ ਕਹਿੰਦੇ ਇਹਨਾਂ ਦੇ ਚਾਕਰ ਕੁੱਤੇ ਚੱਟ ਕਰ ਜਾਂਦੇ ਨੇ। ਅੱਜ ਹੋ ਕੀ ਰਿਹਾ ਹੈ? ਰਾਜੇ ਹੀ ਕੁਝ ਤੇ ਕਰ ਰਹੇ ਨੇ। ਪੁਰਾਣੇ ਸਮੇਂ ਵਿੱਚ ਡਿਕਟੇਟਰਸ਼ਿਪ ਸੀ। ਔਰੰਗਜ਼ੇਬ ਵਰਗੇ ਤਲਵਾਰ ਦੀ ਧਾਰ ਦਿਖਾ ਕੇ ਹੱਕ ਮਾਰਦੇ ਸਨ, ਆਜ਼ਾਦੀ ਖੋਹਦੇ ਸਨ, ਕਤਲੋ ਗੈਰਤ ਮਚਾਉਂਦੇ ਸਨ। ਤੇ ਅੱਜ ਕੱਲ੍ਹ ਦੇ ਰਾਜੇ ਕਾਨੂੰਨ ਹੀ ਏਡੇ ਤਿੱਖੇ ਘੜ ਦਿੰਦੇ ਨੇ ਜਿਹੜੇ ਤਲਵਾਰ ਨੂੰ ਵੀ ਖਤਰਨਾਕ ਨੇ, ਲੁਕਾਈ ਦਾ ਘਾਣ ਕਰਦੇ ਨੇ। ਔਰ ਇਹਨਾਂ ਵਿੱਚ ਦਇਆ ਵੀ ਨਹੀਂ ਜੇ ਹੁੰਦੀ। ਰਾਜਿਆਂ ਵਿੱਚ ਦਇਆ ਬਹੁਤ ਘੱਟ ਹੁੰਦੀ ਹੈ, ਕਿਉਂਕਿ ਦਾਨ ਪੁੰਨ ਕਰਕੇ ਰਾਜ ਭਾਗ ਪ੍ਰਾਪਤ ਹੋਇਆ ਹੁੰਦਾ ਹੈ। ਰਾਜ ਭਾਗ ਦੇ ਨਸ਼ੇ ਵਿੱਚ ਚੰਗੇ ਕਰਮ ਇਹਨਾਂ ਕੋਲੋਂ ਵਿਸਰ ਜਾਂਦੇ ਨੇ। ਰਾਜ ਦੇ ਨਸ਼ੇ ਵਿੱਚ ਹੋਸ਼ ਗਵਾ ਬੈਠਦੇ ਨੇ। ਫਿਰ ਇੱਦਾਂ ਦੇ ਕਾਨੂੰਨ ਘੜ ਕੇ ਲੋਕਾਂ ਨੂੰ ਤੰਗ ਕਰਦੇ ਨੇ, ਲੋਕਾਂ ਦੀ ਸੰਘੀ ਕੁੱਟਦੇ ਨੇ। ਅਜੋਕੇ ਸਮੇਂ ਵਿੱਚ ਤੁਸੀਂ ਵੇਖੋ, ਦਿੱਲੀ ਦੇ ਵਿੱਚ ਭਾਰਤ ਵਰਸ਼ ਦੀ ਗੁੰਗੀ ਬੋਲੀ ਹਕੂਮਤ ਨੂੰ ਹਲੂਣਾ ਦੇਣ ਲਈ ਭਾਰਤ ਵਰਸ਼ ਦੇ ਕਿਸਾਨਾਂ ਨੇ ਧਰਨਾ ਲਗਾਇਆ ਹੈ। 50 ਦਿਨ ਤੋਂ ਉੱਪਰ ਹੋ ਚੁੱਕੇ ਨੇ। 70 ਦੇ ਕਰੀਬ ਕਿਸਾਨ ਵੀਰ ਮੌਤ ਦੇ ਮੂੰਹ ਜਾ ਚੁੱਕੇ ਨੇ। ਹੈ ਕੋਈ ਸਰਕਾਰਾਂ ਤੇ ਅਸਰ? ਹੈ ਕੋਈ ਰਾਜਿਆਂ ਤੇ ਅਸਰ? ਹੈ ਇਹਨਾਂ ਨੂੰ ਕੋਈ ਸਮਝ ਵੀ ਇਹ ਡੈਮੋਕ੍ਰੇਸੀ ਹੈ, ਇਟਸ ਫॉर ਦਾ ਪੀਪਲ, ਇਟਸ ਬਾਏ ਦਾ ਪੀਪਲ। ਤੁਹਾਡੀ ਸਰਕਾਰ
ਲੋਕਾਂ ਨੇ ਬਣਾਈ ਹੈ। ਲੋਕਾਂ ਨੂੰ ਸੁੱਖ ਦੇਣ ਲਈ ਕੁਝ ਐਸੇ ਕਾਨੂੰਨ ਘੜੋ ਜਿਹਦੇ ਨਾਲ ਲੋਕਾਈ ਸੁਖੀ ਹੋ ਜਾਵੇ, ਪਰ ਉਲਟਾ ਕਾਨੂੰਨ ਐਸੇ ਘੜੇ ਜਾਂਦੇ ਨੇ ਜਿਹਦੇ ਨਾਲ ਲੋਕਾਈ ਨੂੰ ਇਹ ਖਤਰਾ ਪੈ ਗਿਆ ਹੈ ਵੀ ਸਾਡੀ ਰੋਜ਼ੀ ਰੋਟੀ ਜਾਂਦੀ ਰਹੇਗੀ। ਐਸੇ ਕਾਨੂੰਨ ਇਹਨਾਂ ਲੋਕਾਂ ਨੇ ਘੜੇ ਹੋਏ ਨੇ, ਦਇਆ ਇਹਨਾਂ ਦੇ ਨੇੜਿਓਂ ਨਹੀਂ ਲੰਘਦੀ। ਉਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਠੀਕ ਹੈ, ਹੋ ਸਕਦਾ ਇਹਨਾਂ 'ਚ ਇੰਨੀ ਤਾਕਤ ਹੈ ਲੋਕ ਇਹਨਾਂ ਨੂੰ ਸਜ਼ਾ ਨਾ ਦੇ ਸਕਣ, ਪਰ ਪਰਮਾਤਮਾ ਦੀ ਡਾਂਗ ਤੋਂ ਨਹੀਂ ਬਚ ਸਕਣਗੇ। ਸਾਫ਼ ਕਿਹਾ ਗੁਰੂ ਅਰਜਨ ਸਾਹਿਬ ਨੇ। ਮਹਾਰਾਜ ਕਹਿੰਦੇ ਨੇ, ਵਿਪਰੀਤ ਬੁੱਧਿਅੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗ ਤੇ। ਅਕਾਲ ਪੁਰਖ ਦੀ ਡਾਂਗ ਵੱਜੇਗੀ, ਲੰਬੇਰਾ ਸਮਾਂ ਇਹ ਦੁੱਖ ਭੋਗਣਗੇ। ਜੇ ਲੋਕ ਇਹਨਾਂ ਨੂੰ ਦੰਡ ਨਹੀਂ ਦੇ ਸਕਦੇ, ਰੱਬ ਦੇ ਦੰਡ ਤੋਂ ਰਾਜੇ ਨਹੀਂ ਬਚ ਸਕਦੇ। ਸੋ ਇਸ ਗੱਲ ਦਾ ਧਿਆਨ ਰੱਖਿਓ। ਔਰੰਗਜ਼ੇਬ ਵੇਖੋ ਤਖਤ ਦਾ ਕੈਸਾ ਨਸ਼ਾ ਹੈ। ਤਖਤ ਮੱਲਣ ਲਈ ਬਾਪ ਸ਼ਾਹਜਹਾਨ ਨੂੰ ਕੈਦ ਕਰ ਲਿਆ, ਭਰਾ ਦਾ ਕਤਲ ਕਰ ਦਿੱਤਾ, ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾਉਂਦਾ ਸੀ, ਧਰਮ ਦਾ ਪਹਿਰਾਵਾ ਪਹਿਨ ਲਿਆ, ਪਰ ਦੂਸਰੇ ਧਰਮਾਂ ਨੂੰ ਮਾਰਨ ਲੱਗ ਪਿਆ। ਚੰਗੇ ਕਰਮ ਕੀਤੇ ਪਿਛਲੇ ਜਨਮ ਦੇ ਰਾਜ ਭਾਗ ਮਿਲ ਪਿਆ, ਰਾਜ ਭਾਗ ਦੀ ਤਾਕਤ ਵਿੱਚ ਅੰਨਾ ਹੋ ਗਿਆ। ਕਲਗੀਧਰ ਪਾਤਸ਼ਾਹ ਦੇ ਬੋਲ ਨੇ ਕਿ ਈ ਮਰਦ ਰਾਜ਼ਰਾ ਏਤਬਾਰ ਨੇਸਤ ਚੇਤ ਕਸਮੇ ਕੁਰਾਨਸਤ ਹਯਸਦਾ ਯਕੇਸਤ। ਕਹਿੰਦੇ ਇਹ ਮਰਦ ਖਵਾਉਣ ਵਾਲਾ ਔਰੰਗਜ਼ੇਬ ਮਰਦ ਨਹੀਂ ਹੈ, ਕਿਉਂਕਿ ਮਰਦ ਦੇ ਜੋ ਢਿੱਡ ਵਿੱਚ ਹੁੰਦਾ ਹੈ ਉਹ ਜ਼ੁਬਾਨ ਤੇ ਹੁੰਦਾ ਹੈ। ਈ ਮਰਦ, ਇਹ ਆਪਣੇ ਆਪ ਨੂੰ ਮਰਦ ਖਵਾਉਂਦਾ ਹੈ, ਪਰ ਰੰਚਕ ਮਾਤਰ ਵੀ ਇਹਦੀ ਗੱਲ ਦਾ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਪਰਮਾਤਮਾ ਦੇ ਨਾਮ ਦੀਆਂ ਕਸਮਾਂ ਖਾਂਦਾ ਹੈ ਤੇ ਫਿਰ ਧੋਖਾ ਦਿੰਦਾ ਹੈ। ਨਾ ਈਮਾ ਪਰਸਤੀ, ਨਾ ਔਜ਼ਾਏ ਦੀ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਾਕੀ। ਨਾ ਮੁਹੰਮਦ ਜੀ ਤੇ ਇਹਨੂੰ ਆਪਣੇ ਰਹਿਬਰ ਤੇ ਭਰੋਸਾ ਹੈ, ਨਾ ਕੁਰਾਨ ਤੇ ਭਰੋਸਾ ਹੈ, ਨਾ ਖੁਦਾ ਨੂੰ ਇਹ ਪਹਿਚਾਨਣ ਵਾਲਾ ਹੈ, ਨਾ ਧਰਮ ਦੀ ਪਾਲਣਾ ਕਰਨ ਵਾਲਾ ਹੈ। ਇਹ ਰਾਜਿਆਂ ਦੀ ਡੈਫੀਨੇਸ਼ਨ ਹੈ। ਤੁਸੀਂ ਭੁਲੇਖਾ ਨਾ ਖਾ ਜਿਓ ਧਾਰਮਿਕ ਪਹਿਰਾਵਾ ਵੇਖ ਕੇ ਵੀ ਇਹ ਰਾਜਾ ਕਿਸੇ ਧਰਮ ਨੂੰ ਬਿਲੋਂਗ ਕਰਦਾ ਜਾਂ ਧਰਮ ਦੀ ਗੱਲ ਕਰੇਗਾ। ਇਹ ਸਭ ਅਡੰਬਰ ਨੇ, ਗੁੰਮਰਾਹ ਕਰਨ ਲਈ ਤੁਹਾਨੂੰ ਪਹਿਰਾਵੇ ਪਹਿਨੇ ਹੁੰਦੇ ਨੇ। ਉਹ ਫਾਰਸੀ ਵਿੱਚ ਕਲਗੀਧਰ ਜ਼ਫਰਨਾਮੇ ਦੇ ਬੋਲ ਕਹਿੰਦੇ ਨੇ, ਹਰ ਆਂਕਸ ਕੇ ਈਮਾ ਪਰਸਤੀ ਕੁਨਦ, ਨਾ ਪੈਮਾ ਖੁਦਸ਼ ਪੇਸ਼ੋ ਪਸਤੀ ਕੁਨਦ। ਮਹਾਰਾਜ ਕਹਿੰਦੇ ਨੇ, ਜੋ ਈਮਾਨ ਦੀ ਪਾਲਣਾ ਕਰਨ ਵਾਲਾ ਹੈ ਉਹ ਇਕਰਾਰ ਤੋਂ ਅੱਗੇ ਪਿੱਛੇ ਨਹੀਂ ਹਟਦਾ, ਪਰ ਔਰੰਗਜ਼ੇਬ ਤੇਰੇ ਵਰਗੇ ਰਾਜੇ ਕਿਸੇ ਵੀ ਇਕਰਾਰ ਤੇ ਖਰੇ ਨਹੀਂ ਉਤਰਦੇ। ਇਹ ਮਤ ਸਮਝਿਓ ਵੀ ਰਾਜੇ ਨੇ ਇੱਕ ਬਚਨ ਕਿਹਾ ਤੇ ਪੱਥਰ ਤੇ ਲਕੀਰ ਹੈ। ਗੱਲ ਗੱਲ ਤੇ ਰਾਜੇ ਬਦਲਦੇ ਨੇ, ਇਹ ਮਰਦ ਨਹੀਂ। ਕਹਿੰਦੇ ਹਾਮੂ ਮਰਦ ਬਾਇਦ ਸ਼ਵਦ ਸੁਖਨ ਵਰਨਾ ਸ਼ਿਕਮੇ ਦਿਗਰ ਦਰਦਾ ਹਾਨੇ ਦਿਗਰ। ਮਰਦੋ ਹੈ, ਸੱਚਾ ਉਹ ਹੈ ਜੋ ਢਿੱਡ ਵਿੱਚ ਸੀ, ਉਹ ਜ਼ੁਬਾਨ ਤੇ ਹੁੰਦਾ। ਕਹਿੰਦੇ ਔਰੰਗਜ਼ੇਬ ਤੂੰ ਬੜੇ ਝੂਠ ਬੋਲੇ ਨੇ, ਉਹ ਤੇਰੀ ਲਿਖੀ ਹੋਈ ਕੁਰਾਨ ਦੀ ਕਸਮ ਵੀ ਮੇਰੇ ਕੋਲ ਪਈ ਹੈ, ਜਿੱਥੋਂ ਇਹ ਸਮਝ ਪੈਂਦੀ ਹੈ ਵੀ ਇਹ ਰਾਜਸੀ ਸੱਤਾ ਮੰਨਣ ਵਾਲੇ ਲੋਕ ਕਿਤਨੇ ਰੰਗ ਬਦਲਦੇ ਨੇ। ਇਹ ਪਹਿਮਾ ਸ਼ਿਕਨ ਹੁੰਦੇ ਨੇ, ਇਹ ਜ਼ੁਬਾਨ ਕਰਕੇ ਮੁੱਕਰ ਜਾਂਦੇ ਨੇ, ਗੱਲੀ ਬਾਤੀ ਬੜਾ ਕੁਝ ਉਸਾਰ ਦਿੰਦੇ ਨੇ, ਪਰ ਪੱਲੇ ਕੁਝ ਨਹੀਂ ਹੁੰਦਾ। ਧੁਰਾ ਗਰਬਾ ਬਾਇਦ ਬਾ ਕੌਲੇ ਕੁਰਾਂ ਬਾ ਨਿਸਦੇ ਸ਼ੁਮਾਰਾ ਰਸਾਨਮ ਹੁਮਾ। ਕਲਗੀਧਰ ਕਹਿੰਦੇ ਦੇਖ, ਮੇਰੇ ਕੋਲ ਤੇਰੀ ਲਿਖੀ ਕੁਰਾਨ ਦੀ ਕਸਮ ਪਈ ਹੈ, ਜਿਹੜੀ ਨੰਦਾਂ ਦੀ ਪੁਰੀ ਤੂੰ ਮੈਨੂੰ ਭੇਜੀ ਸੀ ਵੀ ਆਨੰਦਪੁਰ ਛੱਡ ਦਿਓ, ਆਪਣਾ ਤੁਹਾਡਾ ਝਗੜਾ ਨਿਬੜ ਜਾਵੇਗਾ। ਉਹ ਤੂੰ ਕਸਮ ਖਾਧੀ ਕੁਰਾਨ ਦੀ, ਫਿਰ ਮੇਰੇ ਤੇ ਹਮਲਾ ਕਰ ਦਿੱਤਾ। ਸੋ ਰਾਜਿਆਂ ਦੀ ਜ਼ੁਬਾਨ ਕੋਈ ਨਹੀਂ ਹੁੰਦੀ। ਨਵਿਸ਼ਤੇ ਰਸੀਦੋ ਬਾ ਗੁਫਤੈ ਜ਼ੁਬਾਂ ਬੇਬਾਇਦ ਕੇ ਈ ਕਾਰ ਰਾਹਤ ਰਸਾਂ। ਮਹਾਰਾਜ ਪਾਤਸ਼ਾਹ ਕਹਿੰਦੇ
फिर देख मैं मालवे की धरती ते हाँ, मैनू तेरा लिखिया होया पत्र भी मिलिया है, तू चाहना है मिल बैठ के मसला हल होवे, ठीक है मैं तैनू मिलांगा जे परमात्मा ने चाहया ते। जुबानी भी तेरे बचन बलास तेरे करिंदियां ने मेरे ताईं पहुँचाए, तेरी लिखत भी आई है, मिलांगे जरूर जे परमात्मा ने चाहया ते। पर मेरी एक गल कहंदे ध्यान नाल सुन के, अजबस्त इंसाफ ई परवरी के कैफस्त सदहैफ ई सरवरी। कहंदे औरंगजेब अजीब जिहा न्याय करदा है तू, अजीब जे तेरे किस्से ने, 100 वार तेरी सरदारी ते अफसोस है। राजे दा फर्ज हकूमत माणदियां प्रजा दी रखिया करना हुंदा, ना कि गला दबना। ये सारे राजियां लई उपदेश है महाराज दा, जिहड़े तख्त दे नशे विच चूर हो के मानवता दा घाण करदे ने। कहंदे मौजन तेग बर खून कसबेद रेग, तुरानीज खूअस्त बाचरख तेग। तू निर्दयी होके अपनी तलवार नाल लोकां दा लहू डोलदा है, तू समझदा है भी कोई तलवार नहीं बनी जो तेरा लहू बहा सके। पर ख्याल रखी, हो सकता है लोकां कोलों तलवार ना होवे जो तेरा लहू वहावे। तुरा नीज खूअस्त बाचरख तेग, पर परमात्मा दी हुक्म रूपी तलवार नाल एक दिन तेरा लहू भी डुलेगा, ओदे तो तू नहीं बच सकदा। बेबायद के यसदा शनासी कुनी, ना गुफ्तै कसे कसखुराशी कुनी। कहंदे देख परमात्मा नूं पहचान, तख्त मिलिया है, तख्त दा मालक है, प्रजा दी रखिया कर, जुल्म ना कर, किसे नूं दुख ना दे, तू जुल्मों सितम ना टा। ये जफरनामे दी ऐसी चोट लगी सी औरंगजेब दे अंदर, अहंकार नूं चूर कीता सी कलगीधर दी कलम ने। अपने बच्चियां नूं एक चिट्ठी लिखी औरंगजेब ने जान लग्गिया, रुकात ए आलमगीरी भी उसनूं कहंदे ने, लैटर्स ऑफ औरंगजेब। एक उन्हें चिट्ठी लिखी सी आजम शाह नूं, दूसरी उन्हें चिट्ठी लिखी सी काम बख्श नूं। वो एक गल लिखदा है चिट्ठी दे विच, कहंदा देखो खाली हथ आया सा पर पापां दी कमाई लैके चलिया है। कहंदा आई केम अलोन एंड आई गो एज अ स्ट्रेंजर। इंग्लिश दे उलथे मिलते ने उस खत दे। मैं दुनिया तो कहंदा जा रहा, कहंदा एक गल है, मैं राजा सी, लोकां दा गार्डियन सी, प्रोटैक्टर सी, पर मैं अपना फर्ज अदा नहीं कर सकिया। आई हैव नॉट बीन द गार्डियन एंड प्रोटैक्टर ऑफ द अंपायर। मैं वो कर नहीं सकिया जो तख्त ते बह के मैनू लोकाई लई करना चाहिदा सी। खाली हथ आया हाँ, खाली हथ जा रहा हाँ, पर मेरे कोल पंडां भरियां होईयां ने पापां दियां, जिस करके मैनू सज़ा मिलेगी। आई फेयर फॉर माई सैल्वेशन। मैं डरदा हाँ मैनू मुक्ति नहीं मिलने लगी, क्योंकि मैं पाप बड़े कीते ने, मैं पुठे कर्म बड़े कीते ने। सुनिया है पाप करन वाला दोजक दी अग विच सड़दा है। अपने लखते जिगर नूं लिखदा है, मैं जिउंदा ही मौत मंग रहा हाँ, मैं जिउंदा ही दोजक दी अग विच सड़ रहा हाँ। जिहड़ा लोकाई दा मैं घाण कीता है, मैनू वो चैन नहीं आउण दिंदा। ठीक है, राजे ना बयान करन, ना अंदरले हालात बाहर प्रगट करन, पर एक गल दा ख्याल रखियो, पाप पापी नूं टिकन नहीं दिंदा। तड़फदा होया औरंगजेब मरिया सी, और जिन्ना समा उसने बिताया है मंजे ते, वो लोकां दी हा ऐसी उसनूं लगी, तड़प तड़प के मोया। गुरु अर्जन साहब यही समझाउंदे ने, भाई दान कीता है, अज राजा बन गया है, पूर्वले कर्म चंगे कीते,
दान पुन कीता, गरीब गुरबे दियां आंदरां दी भुख मिटाई, अज तू राजा बन गया। पर हुण राज दे नशे विच तेरी बुद्धि इन्नी क विपरीत चल पई, इन्ने क पुठे कर्म तू करन लग पिया है। मारत लोक है, लोकां नूं मारदा है, लोकां दे गलूए दबाउणा है, लोकां दा हक खाना है। नानक चिरंकाल दुख भोगते, चिरंकाल दा भाव है चिर अकाल, लम्मा समा तू हुण दुख भोगेगा। कई तरह के दुख ने, अध्यात्मक दुख है, आद दैविक दुख है, इसे तरह ही आद भौतिक दुख है। अध्यात्मक का भाव है शरीर अते मन का जो कलेश है। आद भौतिक का मतलब है जो वैरियां तो मिले, ते एक है आद दैविक जो प्रकृति दीयां शक्तियां तो उपजदा है। जिवें बिजली डिग पई उत्ते, अंधेरी आ गई, सब कुछ ढह ढेरी हो गया। इदां कई प्रकार के दुख ने। माया मोह सब दुख है, दुख बिन सह दुख रोए, राजे पाप करन वाले सारी उम्र दुखी रहिंदे ने। ठीक है, लोग तुहानूं खत्म ना कर सकन, पर याद रखियो कबीर, जोर किया सो जुल्म है, ले जवाब खुदाए, दफ्तर लेका नीक सै, मार मोहे मोहे खाए, परमात्मा हिसाब करेगा इन्हां कर्मां दा, फिर मार भी पवेगी। रब तो कोई राजा नहीं बच सकता। पापियां नूं ना देई थिर रहन, चुन नरक घोर चालियन, पाप करन वाला लम्मा समा नरकां दा दुख भोगदा है। कई कोट नरक सुरग निवासी, जिहड़े कहंदे नरक स्वर्ग नहीं हुंदे। चंगे कर्म स्वर्ग मिल गए, मंदे कर्म पाप कीते नरक दे निवासी बन गए। ये बाणी कहंदी है, देयर आर मैनी हू डिवेल्स इन द हैवन एंड हैल। कोई स्वर्गां विच जांदा है, कोई नरकां विच जांदा है, सारी कर्मां दी खेड है। हुण महाराज अगे फरमान करते ने, बृथा अनुग्रहं गोबिंद है, जस सिमरन रिदंत है। गुरु पातशाह आखण लगे, होया की है, जेड़े राजे जेड़े मनुख परमात्मा दा नाम नहीं जपदे, उन्हां दा जीवन बेफायदा है, उन्हां दा जीवन व्यर्थ है। अनुग्रह का मतलब की हुंदा है? किरपा, दया। सिमरन का मतलब है याददाश्त, चेता। गुरु अर्जन साहब पातशाह कहंदे ने, जो राजे परमात्मा नूं भुलदे ने, परमात्मा दी किरपा तो खाली चले जांदे ने, उन्हां जीवन काल विच नाम नहीं जपिया हुंदा, हिरदे विच परमात्मा नूं नहीं धारिया हुंदा। सो दुनिया तो वो अजाई चले जाते ने। अगला फरमान करते ने, आरोग्यं महारोग्यं बेसिमरते करुणामहे। देखो, जे वो आखण ना भी असी चाहे पाप कीते, सानू ते कोई रोग नहीं, साडा शरीर ते नवा नरोआ है, ते महाराज गुरु अर्जन साहब पातशाह कहंदे ने, मानसी तपत विच वो सड़दे ही रहिंदे ने। शरीर ते चाहे रोग कोई नज़र ही नहीं आ रहा, पर उन्हां दे अंदर जिहड़ा चिंता दा रोग है, जिहड़ा डिप्रैशन है, उन्हां नूं साड़दा ही रहिंदा है। अंदरों अंदरी धुख तुखी उन्हां दे अंदर लगी ही रहिंदी है। ये रोग शरीर दे रोग नालों भी लखां गुणा माड़ा है। आपां कह ही दिने ना, चिंता चिखा समान है। अज सब तो वध रोग दुनिया ते डिप्रैशन है, चिंता है, शरीर दे रोगां नालों भी जो वध के है। सो ये नहीं समझना चाहिए भी शरीर नवा नरोआ ते शायद बड़ा खेड़े विच है। कहंदे पाप करन वाले दी अवस्था रूपी रात तपदे होया ही लंघदी है, वो सजा भोगदा ही रहिंदा है। परमेसर ते भुल्लियां व्यापन सभे रोग, परमात्मा नूं भुल्ले होयां नूं रोग ते सोग ढा लैंदे ने। एक पक्ष ते ये है,
राज सी लोकां दा। पिछले जन्म दान कीता पुन कीता, ये जन्म राजियां दा मिल गया। इस जन्म विच पाप कीते ते हुण नरक भोगणगे। आपां एक बचन आम ही बोलदे हुन्ने ना, तपों राज ते राजों नरक, ये भाव है। हुण अगे सतपुरुष लोकां दी बात पाउंदे ने, जो इन्हां दे विपरीत, जो इन्हां दे उल्ट बुलंद हस्तियां ने, जो महापुरुष ने, जो जामे नूं सफला करदे ने। महाराज पातशाह कहंदे रमणं केवलं कीर्तनं सुधर्मं देहे धारण है। जेड़े महापुरुष ने ना, वो महापुरुष किवें हो निबड़े, किवें वो आम मनुखता चों उठ के संत दा मरातबा हासिल कर गए। संत की जिहदे इंद्रे शांत ने, जिहदा मन काबू विच है, संजम विच ने हथ पैर जिसदे, जो गुरमत दे विपरीत नहीं चलदा, रब दी करनी दे उल्ट नहीं जांदा, हुक्म दे उल्ट नहीं चलदा। वो कहंदे ने रमणं केवलं कीर्तनं। रमण दा मतलब है उचारना, ध्याउणा, जपना, रच के रहना, गायन करना, अलाप करना। रमणं केवलं कीर्तनं, व्याख्यान करना। ये जन्म परमात्मा दे गुण गाउण लई मिलिया है। सुधर्मं देह धारण है। सुधर्मं उत्तम धर्म, देह धारण है। इस शरीर लई देह धारण दा जेड़ा मुख मनोरथ है वो की है? रमणं केवलं कीर्तनं। रब दे गीत गाउण लई ये जन्म मिलिया है, रब दा नाम जपण लई ये जन्म मिलिया है। राम नाम तत् करो विचार, दुर्लभ देह का करो उधार। अमृत बचन हर के गुण गाओ, प्राण तरन का यह सुआओ। ये बाणी पढ़न लई जीवन मिलिया, रब दे गीत गाउण लई जीवन मिलिया, फिर उधार होवेगा, फिर राजियां वांगू नरकां दे सजा नहीं भोगनी पवेगी। यही संसार सागर तो तरन दा तरीका है। जिवें भाई नंद लाल कहंदे ने ना अपनी गज़ल विच, हवाए बंदगी आवुर्द दर वाजूद मरा, वगर न है जोके चुनी आमदन आबूद मरा। कहंदे देख, तेरे भजन करन दी इच्छा परमात्मा मैनू इस जामे विच लियाई है, नहीं तो इस नीले गुंबद थले आसमान थले होने का कोई लाभ नहीं है। भाई प्रापत मानुख दे हुरिया गोबिंद मिलन की, यह तेरी बरिया। ये जीवन नाम जपण लई मिलिया है, नाम जपण वाले दा ही जीवन सफला है। अमृत नाम नारायण नानक, पीवतंग संत न तृप्यते। हुण तुसीं आखोगे जेड़ा कर्म पल पल करिए, हर पल करिए, रोज़ करिए, इंसान उहदे तो अक जांदा है। तुसीं कहंदे हो जीवन नाम जपण लई मिलिया, हुण बंदा किन्ना क जपे, बंदा अक भी ते जांदा है। जेड़ा अक गया वो संत दा मरातबा हासिल नहीं कर सकिया, वो खुदाया तक नहीं पहुँच सकिया। सारे ही पहाड़ां विचों वो जेड़े पानी दे सोमे ने वो समुंदर तक पहुँचण लई चलदे ने। कुछ पहाड़ियां नूं सर करके लंघ गए, नदियां बन गए, समुंदर ताईं पहुँचे, खुदा ताईं पहुँचे, खुदा दा रूप हो गए। कुछ झरने रस्ते च ही रोक गए, नहीं लंघ सके पहाड़ियां नूं, उत्थे ही सुक सड़ गए। असीं वो लोग हाँ जो पहुँच नहीं सके। जेड़े पहुँच गए अकाल पुरख विच अभेद हो गए, राम कबीरा एक भये हैं, वो संत हो निबड़े, परमात्मा दे चरनां विच अभेद हो गए। मुशक्कतां काल के वो अभेद हुंदे ने जेड़े नाम जपदे अकदे नहीं। कहंदे अमृत नाम नारायण नानक, पीवतंग संत न तृप्यते। नाम रस इन्ना मिठा है, मिठास वाला है, उस नारायण अकाल पुरख दा जो पाक नाम है, संत पींदे ने, हर पल जपदे ने, पर रज नहीं आउंदा उन्हां नूं। भावो अकदे नहीं, भावो थकदे नहीं, सदा ही नाम सिमरन विच प्रेम वस वो लगे रहिंदे ने। अमृत रूपी नाम, मोक्ष करन वाला नाम,
अमरा पद बख्शण वाला नाम वो पींदे ने। जिवें बाणी कहंदी ना, कई कोट नाम रस पीवह अमर भय सद सद ही जीवह। जिहड़ा नाम जपदा है संत हो निबड़दा है, शरीर रवे जां ना रवे पर उहदा नाम अमर हो जांदा है। महाराज कहंदे अमर भये अमरा पद पाया, साध संग नानक हर ध्याया। वो अमर हो गए, नाम जपण वाले अमर हो गए। बाबा फरीद बाबा कबीर जी अमर ने, शरीर चाहे नहीं भी रहा। सो दीन दुनिया दे मालक कहंदे संत बाणी पढ़दा होया जपदा होया थकदा नहीं है, अकदा नहीं है। बाणी दा प्रताप है, सुनन वाला भी निजात पाउंदा है। कहंदे अमृत बाणी हर हर तेरी, सुन सुन होवै परम गत। अमृत की है जो अमर करे। अमर होना की है, शरीर दे तल ते इत्थे कोई अमर नहीं। राम गयो रावण गयो जाको बहु परिवार, शरीर दे तल ते नहीं, नाम करके अमर होना। बाणी पढ़न वाले दा नाम रह जांदा है। सो संत वार वार जपदे ने, उच रहो राम नाम लख बारी, अमृत रस पीवो प्रभ प्यारी। लखां वार उहदा नाम जपदे ने पर तृप्त नहीं हुंदे, रजदे नहीं, भाव के अकदे नहीं। जिवें बाणी दा फरमान है ना, मोहे मछली तुम नीर तुझ बिन क्यों सरै। जिवें मच्छी दा पानी बिना नहीं सरदा, साध दा बाणी बिना नहीं सरदा। सदीवी बाणी पढ़दे ने, हर स्यों प्रीत अंतर मन बेदया, हर बिन रहन ना जाई। ज्यों मछली बिन नीरै बिन सै, त्यों नामै बिन मर जाई। जिवें मच्छी तो बिना पानी नहीं, पानी तो बिना मच्छी नहीं, संत तो बिना बाणी नहीं, तो बाणी तो बिना संत नहीं, ऐसी अवस्था हो जाती है। एक होर बड़ी सुंदर उदाहरण है गुरबाणी विच। कहंदे जिवें बच्चा दुध तो बिना नहीं ना रह सकदा, माँ दे खीर तो बिना, साधु बाणी तो बिना नहीं रह सकता। जिवें बच्चा माँ का दुध पी के नहीं अकदा, मच्छी पानी तो नहीं अकदी, संत बाणी तो नहीं अकदा। बारिक को जैसे खीर बालहा, चात्रिक मुख जैसे जलधरा। जिवें चात्रिक स्वांति बूंद तो नहीं अकदा, मछली को जैसे नीर बालहा, त्यों मेरे मन रामैया। ये संतां दी अवस्था है। सो इस गल का ख्याल रखियो, संत बाणी तो अकदे नहीं। दूसरा भाव, पदार्थां तो तृप्त हो जाते ने। जिन पिया ते तृप्त भये, हौं तिन बलहारे जाओ। साहिब सफलियो रुखड़ा अमृत जाका नाओ। बाणी पढ़न वाले पदार्थां तो तृप्त हो जाते ने, रज जाते ने, मंगना मुक जाता है, नाम चों ऐसा रस हासिल कर लेंदे ने। अगे महाराज पातशाह कहंदे ने, सहण सील संतं सम मित्रस दुर्जन है। ये संत का लक्षण अगे होर दसदे ने। संत सहण तो भाव है सहारने वाले हुंदे ने। सील का मतलब है सुभाਅ, ठंडा सुभाਅ। संत बड़े सहनशील हुंदे ने, इन्ने क सहनशील हुंदे ने। सम मित्रस दुर्जन है, मित्र ते दुश्मन उन्हां नूं एक समान हुंदे ने। उन्हां नाल कोई वधीकी करे, सहार जांदे ने। बड़े दरिया दिल। जिवें तुसीं रुख नूं वटा मारो ना, रुख अगों फल दिंदा है, गिला नहीं करदा। संतां दा कुछ ऐसा सुभाਅ हुंदा है, चाहे कोई दुर्जन है चाहे कोई सज्जन है, वो सम वरतदे ने, वो सहनशील हुंदे ने। मित्र ते सत्तर नूं, मित्र ते दुर्जन नूं एक समान समझदे ने। दुरजन खोटी मत वाला, साकत बंदा, निंदक बंदा, उन्होंने भी कुछ नहीं कहिंदे। अगे कहंदे, नानक भोजन अनक प्रकारेण, निंदक आवद होए उपतिष्ठते। गुरु साहब इत्थे समझाउंदे ने, कहंदे देखो जिहड़ा मित्र है ना संत दा, वो कई प्रकार दे भोजन लैके संतां दे चरनां विच आउंदा जी, छको, उहनूं गल ना लाउंदे ने। ते जिहड़ा गुरु अर्जन साहब पातशाह कहंदे ने उपतिष्ठ, उपतिष्ठ तो भाव है स्थित, पास रहना, नेड़े आउणा। सज्जन भोजन लैके आउंदे ने, संत गल नाल लाउंदे ने ते छक लैंदे ने। ते दूसरा पक्ष महाराज कहंदे ने, निंदक आवद होए उपतिष्ठ ते। निंदक
ਆਬਦ ਦਾ ਭਾਵ ਹੈ ਜਿਹਦੇ ਨਾਲ ਯੁੱਧ ਕਰੀਏ ਸ਼ਸਤਰ। ਨਿੰਦਕ ਸ਼ਸਤਰ ਲੈ ਕੇ ਵੀ ਆਵੇ ਤੇ ਸੰਤ ਫਿਰ ਵੀ ਗੱਲ ਨਾ ਲਾਉਂਦੇ ਨੇ। ਜੋ ਸਰਣੇ ਆਵੇ ਤਿਸ ਕੰਠ ਲਾਵੇ, ਕਿਸੇ ਨਾਲ ਵੈਰ ਨਹੀਂ ਕਰਦੇ। ਉਹਨਾਂ ਦਾ ਕੁਝ ਸੁਭਾਅ ਹੀ ਐਸਾ ਹੁੰਦਾ ਹੈ। ਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਸੰਤ ਦੀ ਸਮਦ੍ਰਿਸ਼ਟੀ ਹੈ, ਚਾਹੇ ਕੋਈ ਮਿੱਤਰ ਹੈ ਚਾਹੇ ਕੋਈ ਛੱਤਰ ਹੈ, ਉਸ ਨੂੰ ਸੀਨੇ ਦੇ ਨਾਲ ਲਾਉਂਦੇ ਨੇ। ਪਰ ਪਰਮਾਤਮਾ ਨਿੰਦਕਾਂ ਨੂੰ ਨਹੀਂ ਬਖਸ਼ਦਾ। ਰਹਿੰਦੇ ਖੁੰਦੇ ਨਿੰਦਕ ਮਾਰਿਆ ਨਾ, ਕਰ ਆਪੇ ਆਹਰ। ਪਰਮਾਤਮਾ ਆਪ ਹੀ ਸੰਤ ਦੇ ਨਿੰਦਕ ਦਾ ਸੁਫਾਇਆ ਕਰ ਦਿੰਦਾ ਹੈ। ਸੰਤ ਸਹਾਈ ਨਾਨਕਾ ਵਰਤੇ ਸਭ ਜ਼ਾਹਰ। ਦੁਨੀਆ 'ਚ ਪ੍ਰਗਟ ਹੈ ਸੰਤਾਂ ਦਾ ਸਹਾਇਕ ਹੈ ਪਰਮਾਤਮਾ, ਤੇ ਨਿੰਦਕਾਂ ਦਾ ਖੁਰਾ ਖੋਜ ਮਿਟਾਉਂਦਾ ਹੈ। ਅਵਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾਹੇ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਕਹਿੰਦੇ ਹਰ ਰੋਗ ਦਾ ਇਲਾਜ ਹੈ ਪਰ ਨਿੰਦਾ ਦਾ ਇਲਾਜ ਨਹੀਂ। ਲੱਖ ਤੁਸੀਂ ਨਿੰਦਕ ਨੂੰ ਸਮਝਾਓ, ਨਿੰਦਾ ਕਰਨੋਂ ਨਹੀਂ ਹਟਦਾ। ਸੰਤ ਕੈ ਦੂਖਨ ਸੁਖ ਸਭ ਜਾਏ, ਸੰਤ ਕੈ ਦੂਖਨ ਨਰਕ ਮਹਿ ਪਾਏ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਵੀ ਤਰੈ। ਸੰਤ ਏਡਾ ਉਪਰਾਮ ਹੈ, ਐਸੀ ਬੁਲੰਦ ਹਸਤੀ ਹੈ, ਐਸਾ ਬਖਸ਼ਿੰਦ ਹੈ। ਪਰਮਾਤਮਾ ਚਾਹੇ ਨਿੰਦਕ ਨੂੰ ਸਜ਼ਾ ਦਿੰਦਾ ਹੈ, ਉਹਦੇ ਸੁੱਖ ਛੀਨ ਲੈਂਦਾ ਹੈ, ਉਹਨੂੰ ਨਰਕਾਂ 'ਚ ਪਾਉਂਦਾ ਹੈ। ਸੰਤ ਏਡਾ ਦਿਆਲੂ ਹੈ, ਆਪਣੇ ਨਿੰਦਕ ਨੂੰ ਵੀ ਪਰਮਾਤਮਾ ਅੱਗੇ ਬੇਨਤੀ ਕਰਕੇ ਰੱਖ ਲੈਂਦਾ ਹੈ। ਸੋ ਇਸ ਗੱਲ ਦਾ ਖਿਆਲ ਰੱਖਿਓ। ਸੰਤਾਂ ਦਾ ਸੁਭਾਅ ਬੜਾ ਬਖਸ਼ਿੰਦਾ ਹੈ। ਮਿੱਤਰ ਤੇ ਸੱਤਰ ਉਹਨਾਂ ਨੂੰ ਸਮਾਨ ਹੁੰਦੇ ਨੇ। ਭੁੱਲ ਚੁੱਕ ਦੀ ਖਿਮਾ ਜੀ। ਇੱਥੇ ਹੀ ਦਾਸ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।